ਹੈਲੋ ਸਟੂਡੈਂਟਸ, ਅੱਜ ਆਪਾਂ ਆਪਣਾ ਜਿਹੜਾ ਚੈਪਟਰ ਨੰਬਰ 6 ਹੈ ਰੇਖਾਵਾਂ ਅਤੇ ਕੋਣ ਉਹ ਕਰਨ ਜਾ ਰਹੇ ਹਾਂ। ਤਾਂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਜਾਣਕਾਰੀ ਦੇਣਾ ਚਾਹੁੰਦਾ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਰੇਖਾ ਕੀ ਹੁੰਦੀ ਹੈ, ਰੇਖਾ ਖੰਡ ਕੀ ਹੁੰਦਾ ਹੈ ਅਤੇ ਕਿਰਨ ਕੀ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਤਿੰਨਾਂ ਬਾਰੇ ਪਤਾ ਕਰਦੇ ਹਾਂ, ਰੇਖਾ, ਰੇਖਾ ਖੰਡ ਅਤੇ ਕਿਰਨ ਬਾਰੇ। ਰੇਖਾ ਬਾਰੇ ਗੱਲ ਕਰੀਏ ਤਾਂ ਰੇਖਾ ਇੱਕ ਇਸ ਤਰ੍ਹਾਂ ਦੀ ਆਪਾਂ ਲਾਈਨ ਨੂੰ ਕਹਿ ਸਕਦੇ ਹਾਂ ਜਿਵੇਂ ਜਿਹਨੂੰ ਦੋਨਾਂ ਪਾਸੇ ਆਪਾਂ ਜਿੰਨੀ ਮਰਜ਼ੀ ਦੂਰੀ ਤੱਕ ਵਧਾ ਸਕਦੇ ਹਾਂ, ਇਸ ਦਾ ਕੋਈ ਅੰਤ ਬਿੰਦੂ ਨਹੀਂ ਹੁੰਦਾ। ਰੇਖਾ ਨੂੰ ਇੱਧਰ ਵੀ ਆਪਾਂ ਜਿੰਨਾ ਮਰਜ਼ੀ ਵਧਾ ਸਕਦੇ ਹਾਂ, ਦੂਜੇ ਸਿਰੇ ਤੋਂ ਵੀ ਜਿੰਨਾ ਮਰਜ਼ੀ ਵਧਾ ਸਕਦੇ ਹਾਂ, ਇਸ ਦੇ ਕੋਈ ਅੰਤ ਬਿੰਦੂ ਇਸ ਦਾ ਨਹੀਂ ਹੁੰਦਾ, ਕਿਉਂਕਿ ਇਹ ਦੋਨੇ ਪਾਸੇ ਜਿੰਨੀ ਮਰਜ਼ੀ ਦੂਰੀ ਤੱਕ ਇਹ ਵੱਧ ਸਕਦੀ ਹੈ। ਇਸ ਦੀ ਲੰਬਾਈ ਜਿਹੜੀ ਹੈ ਅਨੰਤ ਹੁੰਦੀ ਹੈ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਰੇਖਾ। ਅਤੇ ਇਸ ਨੂੰ ਜੇਕਰ ਸੰਕੇਤ ਦੇ ਤੌਰ 'ਤੇ ਲਿਖਣਾ ਹੋਵੇ ਤਾਂ ਇਸ ਤਰ੍ਹਾਂ AB ਦੇ ਉੱਪਰ ਦੋਨਾਂ ਪਾਸੇ ਤੀਰ ਦਾ ਨਿਸ਼ਾਨ ਪਾ ਕੇ ਆਪਾਂ ਲਿਖ ਸਕਦੇ ਹਾਂ। ਇੱਥੋਂ ਪਤਾ ਲੱਗਦਾ ਵੀ ਇਹਨੂੰ ਦੋਨਾਂ ਪਾਸੇ ਕਿਸੇ ਪਾਸੇ ਵੀ ਵਧਾ ਸਕਦੇ ਹਾਂ। ਉਸ ਤੋਂ ਬਾਅਦ ਕਿਰਨ। ਕਿਰਨ ਇੱਕ ਅਜਿਹੀ ਰੇਖਾ ਹੁੰਦੀ ਹੈ ਜਿਸ ਦਾ ਇੱਕ ਅੰਤ ਬਿੰਦੂ ਹੁੰਦਾ ਹੈ। ਕਿਰਨ ਨੂੰ ਸਿਰਫ ਆਪਾਂ ਇੱਕ ਪਾਸੇ ਹੀ ਵਧਾ ਸਕਦੇ ਹਾਂ, ਦੂਜੇ ਸਿਰੇ 'ਤੇ ਉਹਦਾ ਅੰਤ ਬਿੰਦੂ ਹੁੰਦਾ। ਜਿਵੇਂ ਦੇਖੋ ਇੱਕ ਲਾਈਨ ਹੈ, ਇਹਦੇ ਅੰਤ ਬਿੰਦੂ ਕੀ ਹੈ A, ਅਤੇ ਦੂਜੇ ਪਾਸੇ ਇਹਨੂੰ ਜਿੰਨੀ ਮਰਜ਼ੀ ਦੂਰੀ ਤੱਕ ਆਪਾਂ ਵਧਾ ਸਕਦੇ ਹਾਂ। ਠੀਕ ਹੈ, ਇਸ ਨੂੰ ਸੰਕੇਤਕ ਤੌਰ ਦੇ ਉੱਤੇ AB ਇਸ ਤਰ੍ਹਾਂ ਇੱਕ ਪਾਸੇ ਤੀਰ ਦਾ ਨਿਸ਼ਾਨ ਲਾ ਕੇ ਆਪਾਂ ਲਿਖ ਸਕਦੇ ਹਾਂ। ਇਹ ਕੀ ਹੋ ਗਈ, ਕਿਰਨ। ਤਾਂ ਪਤਾ ਲੱਗ ਗਿਆ ਤੁਹਾਨੂੰ ਰੇਖਾ ਉਹਨੂੰ ਜਿਹਨੂੰ ਦੋਨਾਂ ਅਜਿਹੀ ਲਾਈਨ ਜਿਸ ਨੂੰ ਆਪਾਂ ਦੋਨਾਂ ਪਾਸੇ ਵਧਾ ਸਕਦੇ ਹਾਂ। ਕਿਰਨ ਜਿਸ ਨੂੰ ਆਪਾਂ ਸਿਰਫ ਇੱਕ ਪਾਸੇ ਵਧਾ ਸਕਦੇ ਹਾਂ। ਠੀਕ ਹੈ, ਇੱਕ ਪਾਸੇ ਉਹਦਾ ਅੰਤ ਬਿੰਦੂ ਹੁੰਦਾ। ਜਿਵੇਂ ਕਿ ਬਲਬ ਤੋਂ ਕੋਈ ਕਿਰਨ ਆ ਰਹੀ ਹੈ ਤਾਂ ਬਲਬ ਤੋਂ ਸ਼ੁਰੂ ਹੋ ਕੇ ਆਪਣੇ ਤੱਕ ਪਹੁੰਚਦੀ ਹੈ, ਜਾਂ ਸੂਰਜ ਤੋਂ ਕੋਈ ਕਿਰਨ ਆ ਰਹੀ ਹੈ ਤਾਂ ਉਹ ਸੂਰਜ ਤੋਂ ਆਪਣੇ ਤੱਕ ਪਹੁੰਚਦੀ ਹੈ, ਤਾਂ ਇੱਕ ਪਾਸੇ ਨੂੰ ਹੀ ਵੱਧ ਰਹੀ ਹੁੰਦੀ ਹੈ। ਉਸ ਤੋਂ ਬਾਅਦ ਰੇਖਾ ਖੰਡ। ਰੇਖਾ ਖੰਡ ਇੱਕ ਅਜਿਹੀ ਜਿਹਦੇ ਦੋਹਾਂ ਪਾਸੇ ਅੰਤ ਬਿੰਦੂ ਹੁੰਦੇ। ਇੱਕ ਅਜਿਹੀ ਰੇਖਾ ਜਿਸ ਦੇ ਦੋਵਾਂ ਪਾਸੇ ਅੰਤ ਬਿੰਦੂ ਹੁੰਦੇ ਹੈ। ਇਹਦੀ ਦੂਰੀ ਨਿਸ਼ਚਿਤ ਹੁੰਦੀ ਹੈ। ਜਿਵੇਂ ਆਪਾਂ ਕਾਪੀ 'ਤੇ ਰੇਖਾ ਖੰਡ ਬਣਾਉਂਦੇ ਹਾਂ 3 ਮੀਟਰ ਦਾ ਰੇਖਾ ਖੰਡ, 3.4 ਮੀਟਰ ਦਾ, 3.5 ਸਮ ਇਸ ਤਰ੍ਹਾਂ ਦੇ ਆਪਾਂ ਰੇਖਾ ਖੰਡ ਬਣਾਉਂਦੇ ਹਾਂ ਤਾਂ ਉਹ ਦੇਖੋ ਨਿਸ਼ਚਿਤ ਦੂਰੀ ਹੁੰਦੀ ਹੈ ਉਹਨਾਂ ਦੀ, ਆਪਾਂ ਮਿਣ ਕੇ ਬਣਾਉਂਦੇ ਹਾਂ ਤਾਂ ਇਸ ਨੂੰ ਸੰਕੇਤਕ ਰੂਪ ਦੇ ਵਿੱਚ AB ਉੱਪਰ ਇਸ ਤਰ੍ਹਾਂ ਦੋ ਬਿੰਦੂ ਲਾ ਕੇ ਬਣਾਈਦਾ। ਤਾਂ ਕਈ ਵਾਰ ਪੁੱਛ ਲੈਂਦੇ ਵੀ ਇਹਨਾਂ ਵਿੱਚੋਂ ਰੇਖਾ ਖੰਡ ਕਿਹੜਾ ਹੈ, ਰੇਖਾ ਕਿਹੜਾ ਹੈ, ਇਸ ਤਰ੍ਹਾਂ ਤਿੰਨੇ ਲਾ ਕੇ ਇਸ ਤਰ੍ਹਾਂ ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਂਦੇ ਕਿ ਪਹਿਚਾਣ ਕਰੋ ਇਹਨਾਂ ਵਿੱਚ ਰੇਖਾ ਖੰਡ ਕਿਹੜਾ ਹੈ, ਰੇਖਾ ਕਿਹੜੀ ਹੈ ਅਤੇ ਕਿਰਨ ਕਿਹੜਾ। ਠੀਕ ਹੈ, ਜਿਹਦੇ ਇੱਕ ਪਾਸੇ ਤੀਰ ਹੈ ਉਹ ਕਿਰਨ ਹੈ, ਜਿਹਦੇ ਦੋਨੇ ਪਾਸੇ ਤੀਰ ਹੈ ਉਹ ਕੀ ਹੈ, ਰੇਖਾ, ਅਤੇ ਜਿਹਦੇ ਵਿੱਚ ਦੋਨਾਂ ਪਾਸੇ ਬਿੰਦੂ ਹੈ ਉਹ ਕੀ ਹੈ, ਰੇਖਾ ਖੰਡ। ਪਤਾ ਲੱਗ ਗਿਆ। ਤਾਂ ਆਪਾਂ ਨੂੰ ਰੇਖਾ, ਕਿਰਨ ਅਤੇ ਰੇਖਾ ਖੰਡ ਬਾਰੇ ਪਤਾ ਲੱਗ ਗਿਆ। ਹੁਣ ਜਿਉਂ ਆਪਾਂ ਅੱਗੇ ਚੱਲਾਂਗੇ, ਹੁਣ ਮੈਂ ਤੁਹਾਨੂੰ ਨਾਲ ਪੜ੍ਹਾਉਣਾ ਵੀ ਜਾਣਾ। ਜੇ 3 ਜਾਂ ਜ਼ਿਆਦਾ ਬਿੰਦੂ ਇੱਕ ਹੀ ਰੇਖਾ 'ਤੇ ਸਥਿਤ ਹੋਣ ਤਾਂ ਉਹ ਸਮਰੇਖੀ ਬਿੰਦੂ ਹੁੰਦੇ ਆ, ਨਹੀਂ ਤਾਂ ਉਹ ਅਸਮਰੇਖੀ ਹੋਣਗੇ। ਸਮਰੇਖੀ ਮਤਲਬ ਇੱਕੋ ਰੇਖਾ 'ਤੇ, ਸਮ ਮੈਨੇ ਸਮਾਨ, ਰੇਖਾ ਮਤਲਬ ਰੇਖਾ। ਜੇਕਰ 3 ਬਿੰਦੂ ਜਾਂ ਉਸ ਤੋਂ ਜ਼ਿਆਦਾ ਬਿੰਦੂ ਇੱਕ ਹੀ ਰੇਖਾ ਦੇ ਉੱਤੇ ਹੋਏ ਤਾਂ ਉਹਨੂੰ ਆਪਾਂ ਕੀ ਕਹਾਂਗੇ, ਸਮਰੇਖੂ। ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਸਮਰੇਖੀ, ਮਤਲਬ ਇੱਕੋ ਰੇਖਾ ਦੇ ਉੱਤੇ। ਜੇਕਰ ਨਾ ਹੋਏ ਤਾਂ ਕੀ ਕਹਾਂਗੇ, ਅਸਮਰੇਖੀ। ਠੀਕ ਹੈ ਜੀ। ਜਦੋਂ ਦੋ ਕਿਰਨਾਂ ਇੱਕ ਅੰਤ ਬਿੰਦੂ ਤੋਂ ਆਰੰਭ ਹੁੰਦੀਆਂ ਹਨ ਤਾਂ ਇੱਕ ਕੋਣ ਬਣਾਉਂਦੀਆਂ ਹਨ। ਕੋਣ ਨੂੰ ਬਣਾਉਣ ਵਾਲੀਆਂ ਦੋਵੇਂ ਕਿਰਨਾਂ ਕੋਣ ਦੀਆਂ ਭੁਜਾਵਾਂ ਅਖਵਾਉਂਦੀਆਂ ਹਨ। ਇਹਨਾਂ ਦਾ ਸਾਂਝਾ ਬਿੰਦੂ ਕੋਣ ਦਾ ਸਿਖਰ ਹੁੰਦਾ ਹੈ। ਦੇਖੋ ਦੋ ਕਿਰਨਾਂ ਨੂੰ ਜੇਕਰ ਆਪਾਂ ਜੋੜਦੇ ਹਾਂ, ਦੇਖੋ ਹੁਣ ਦੇਖੋ ਜਿਵੇਂ ਇੱਕ ਆ ਕਿਰਨ, ਠੀਕ ਹੈ, ਇਸ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਇੱਧਰ ਨੂੰ ਵੱਧ ਗਈ। ਠੀਕ ਹੈ, ਇੱਕ ਆ ਕਿਰਨ ਜਿਹੜੀ ਇੱਧਰ ਨੂੰ ਵੱਧ ਗਈ। ਠੀਕ ਹੈ, ਤਾਂ ਦੋਨੇ ਕਿਰਨਾਂ ਜੋੜ ਗਈਆਂ, ਇੱਥੇ ਕੀ ਹੋ ਗਿਆ, ਕੋਣ ਦਾ ਸਿਖਰ। ਜਿਵੇਂ ਕਿ ਆਪਾਂ ਸਿਖਰ ਲਿਖ ਲਈਏ, ਇਹ ਸਿਖਰ ਹੋ ਗਿਆ। ਠੀਕ ਹੈ, ਹੁਣ ਦੇਖੋ ਦੋਵੇਂ ਕਿਰਨਾਂ ਜੁੜੀਆਂ ਤਾਂ ਕੀ ਬਣ ਗਿਆ, ਇੱਕ ਕੋਣ ਬਣ ਗਿਆ। ਠੀਕ ਹੈ, ਦੋ ਭੁਜਾਵਾਂ ਜਾਂ ਦੋ ਕਿਰਨਾਂ ਨੂੰ ਜੋੜ ਕੇ ਕੀ ਬਣਾਇਆ ਜਾਂਦਾ, ਇੱਕ ਕੋਣ। ਅਤੇ ਜਿੱਥੇ ਦੋਵੇਂ ਕਿਰਨਾਂ ਮਿਲਦੀਆਂ ਉਹ ਕੀ ਹੁੰਦਾ ਹੈ, ਕੋਣ ਦਾ ਸਿਖਰ। ਪਤਾ ਲੱਗ ਗਿਆ। ਤਾਂ ਆਪਾਂ ਨਾਲ ਅੱਗੇ ਪੜ੍ਹੀ ਜਾਵਾਂਗੇ। ਤਾਂ ਕੋਣ ਕਈ ਪ੍ਰਕਾਰ ਦੇ ਹੁੰਦੇ ਆ, ਜਿਵੇਂ ਇੱਥੇ ਲਿਖਿਆ ਨਿਊਨ ਕੋਣ, ਸਮਕੋਣ, ਅਧਿਕ ਕੋਣ, ਸਰਲ ਕੋਣ।